ਦਾ ਇੱਕ ਤਜਰਬਾ ਹੈ ਕਿ ਜਦੋਂ ਨਸ਼ੇ ਦੀ ਵਰਤੋਂ ਕਰਦੇ ਨੇ ਉਹਨਾਂ ਦੇ ਵਿਚਾਰ ਬੰਦ ਹੋ ਜਾਂਦੇ ਨੇ, ਇੱਕ ਵੀ ਵਿਚਾਰ ਨਹੀਂ ਆਉਂਦਾ, ਬੇਪਰਵਾਹ, ਕੋਈ ਫਿਕਰ ਨਹੀਂ ਵੀ ਆ ਜਿਹੜਾ ਕੰਮ ਕਰਨ ਲੱਗਿਆ ਦਾ ਨਤੀਜਾ ਕੀ ਨਿਕਲੇਗਾ, ਬੁੱਧੀ ਬੰਦ ਹੋ ਗਈ। ਇਸ ਕਰਕੇ ਨਸ਼ਾ ਉਹਨਾਂ ਨੂੰ ਸੁਖਦਾਈ ਲੱਗਦਾ ਹੈ, ਨਸ਼ਾ ਉਹਨਾਂ ਨੂੰ ਸਕੂਨ ਦਿੰਦਾ ਹੈ। ਪਰ ਉਹਦੇ ਵਿੱਚ ਇੱਕ ਨੁਕਸ ਹੈ ਕਿ ਉਹ ਨਸ਼ਾ ਇੱਕ ਪਾਸੇ ਸਰੀਰ ਨੂੰ ਗਾਲਦਾ ਹੈ, ਦੂਜੇ ਪਾਸੇ ਆਤਮਾ ਨੂੰ ਗੁਲਾਮ ਕਰਦਾ ਹੈ। ਫਿਰ ਉਹਦਾ ਸਮਾਂ ਉਹਦੇ ਤੋਂ ਬਾਅਦ ਟੁੱਟ ਜਾਂਦਾ ਹੈ। ਰੱਬ ਦਾ ਨਾਮ ਵੀ ਨਸ਼ਾ, ਪਰ ਇਹ ਨਸ਼ਾ ਬੁੱਧੀ ਤੋਂ ਪਾਰ ਲੈ ਜਾਂਦਾ ਹੈ। ਵਿਚਾਰ ਉੱਥੇ ਇਹ ਇੱਕ ਸਚਾਈ ਹੈ ਕਿ ਜਿਸ ਬੰਦੇ ਦਾ ਮਨ ਗੁਰੂ ਕੇ ਸ਼ਬਦ ਨਾਲ ਜੁੜਿਆ ਹੈ, ਦਿਨ ਰਾਤ ਇੱਕ ਨਸ਼ੇ ਵਿੱਚ ਰਹਿੰਦਾ, ਸੱਚ ਹੈ, ਝੂਠ ਨਹੀਂ ਹੈ। ਇੱਕ ਨਸ਼ਾ ਉਹਦੇ ਉੱਤੇ ਛਾਇਆ ਰਹਿੰਦਾ ਹੈ, ਇੱਕ ਆਨੰਦ ਉਹਦੇ ਉੱਤੇ ਤਾਰੂ ਰਹਿੰਦਾ ਦਿਨ ਰਾਤ, ਕਿਸੇ ਬੇਪਰਵਾਹੀ ਵਿੱਚ ਜਿਉਂਦਾ ਹੈ। ਚਿੰਤਾ, ਫਿਕਰ, ਦੁੱਖ, ਪੀੜਾ, ਗੁਰੂ ਸਾਹਿਬ ਨੇ ਕਿਹਾ ਦੀਨ, ਦਰਦ, ਦੁੱਖ ਭੰਜਨਾ, ਇਹ ਗੱਲਾਂ ਵਾਪਰੀਆਂ ਜ਼ਰੂਰ ਜ਼ਿੰਦਗੀ ਵਿੱਚ। ਕਹਿੰਦੇ ਦਰਦ ਨੂੰ ਤੂੰ ਭੰਨ ਦੇਣਾ, ਦਰਦ ਨੂੰ ਘਟਾ ਦੇਣਾ, ਦੁੱਖ ਨੂੰ ਘੱਟ ਕਰ ਦੇਣਾ, ਗਮ ਨੂੰ ਘੱਟ ਕਰ ਦੇਣਾ, ਚਿੰਤਾ ਨੂੰ ਘੱਟ ਕਰ ਦੇਣਾ। ਕਿਵੇਂ ਕਰ ਦੇਣਾ? ਨਸ਼ੇ ਵਿੱਚ ਜਾ ਕੇ ਜਿਵੇਂ ਇੱਕ ਨਸ਼ਈ ਧੁੱਤ ਹੋ ਜਾਂਦਾ, ਆਪਣੇ ਦੁੱਖ ਨੂੰ ਭੁਲਾਉਣ ਵਾਸਤੇ ਨਸ਼ਾ ਪੀਂਦਾ ਹੈ, ਉਹਨੂੰ ਦੁੱਖ ਵਿੱਚੋਂ ਕੁਝ ਸਮੇਂ ਵਾਸਤੇ ਬਾਹਰ ਕੱਢਦਾ ਹੈ, ਨਸ਼ੇ ਦਾ ਸਹਾਰਾ ਲੈਂਦਾ ਹੈ। ਪਰ ਸਤਿਗੁਰੂ ਨੇ ਕਿਹਾ ਤੂੰ ਕਿਉਂ ਇਸ ਖੋਟੇ ਨਸ਼ੇ ਦਾ ਸਹਾਰਾ ਲੈਣਾ ਹੈ? ਆ ਮੈਂ ਤੈਨੂੰ ਨਾਮ ਦੇ ਨਸ਼ੇ ਨਾਲ ਜੋੜ ਦਿਆਂ, ਜਿਹੜਾ ਤੈਨੂੰ ਕਦੀ ਚਿੰਤਾ ਵਿੱਚ ਆਉਣ ਹੀ ਨਹੀਂ ਦੇਗਾ, ਚਿੰਤਾ ਤੋਂ ਬਾਹਰ ਕੱਢ ਦੇਗਾ, ਦੁੱਖ ਤੋਂ ਬਾਹਰ ਕੱਢ ਦੇਗਾ। ਇਸ ਕਰਕੇ ਵਾਕਈ ਧਰਮ ਵਿੱਚ ਇੱਕ ਨਸ਼ਾ ਹੈ, ਕੋਈ ਸ਼ੱਕ ਨਹੀਂ ਹੈ। ਜਿਨ੍ਹਾਂ ਨੇ ਅਧਿਆਤਮਕ ਧਰਮ ਕਮਾਇਆ ਹੈ, ਕੱਲਾ ਪਰੰਪਰਾਵਾਦੀ ਨਹੀਂ। ਪਰੰਪਰਾਵਾਦੀ ਧਰਮ ਕਦੀ ਸਕੂਨ ਨਹੀਂ ਦੇਗਾ ਤੁਹਾਨੂੰ, ਉਹ ਆਰੰਭਤਾ ਹੈ। ਪਰੰਪਰਾ ਦੇ ਅਰਥ ਨੇ ਜਿਵੇਂ ਕੋਈ ਆਪਣਾ ਧਰਮ ਕਮਾਉਂਦਾ, ਉਹ ਗਾਇਤਰੀ ਪੜ੍ਹਦਾ ਹੈ, 2 ਵੇਲੇ ਸੰਧਿਆ ਕਰਦਾ ਹੈ, ਜਨੇਊ ਪਾਉਂਦਾ ਹੈ, ਤਿਲਕ ਲਾਉਂਦਾ ਹੈ, ਮੰਦਰ ਤੇ ਜਾਂਦਾ ਹੈ, ਇਹ ਸਾਰੀ ਪਰੰਪਰਾ ਹੈ। ਕੋਈ ਨਮਾਜ਼ ਪੜ੍ਹਦਾ ਹੈ, ਕੋਈ ਮਸਜਿਦ ਜਾਂਦਾ ਹੈ, ਇਹ ਪਰੰਪਰਾਵਾਦੀ ਧਰਮ ਹੈ। ਕੋਈ ਗੁਰਦੁਆਰੇ ਜਾਂਦਾ ਹੈ, ਕੋਈ ਪਾਠ ਕਰੇਗਾ, 5 ਕਕਾਰ ਪਾਏ ਨੇ, ਧਰਮ ਦੀ ਪਰੰਪਰਾ ਹੈ, ਸ਼ੁਰੂਆਤ ਹੈ, ਆਰੰਭਤਾ ਹੈ, ਬੜੀ ਜ਼ਰੂਰੀ ਹੈ। ਪਰ ਕੱਲੀ ਇਹ ਕਰਕੇ ਸਮਝੋ ਕਿ ਤੁਹਾਨੂੰ ਇਹ ਆਨੰਦ ਮਿਲ ਜਾਏਗਾ, ਆਨੰਦ ਦੀ ਇੱਥੇ ਪਾਲਣਾ ਕਰਨੀ ਹੈ। ਤਾਂ ਜਿਹੜੀਆਂ ਪਰੰਪਰਾਵਾਂ ਦਿੱਤੀਆਂ ਨੇ ਸਾਨੂੰ ਗੁਰੂ ਸਾਹਿਬ ਨੇ, ਬੜੀਆਂ ਸ਼ੁਭ ਨੇ। ਪਰੰਪਰਾਵਾਂ ਨੂੰ ਨਿਭਾਉਣਾ ਅਤ ਜ਼ਰੂਰੀ ਹੈ। ਅੰਮ੍ਰਿਤ ਪਾਨ ਕਰਨਾ, ਅੰਮ੍ਰਿਤ ਵੇਲੇ ਉੱਠਣਾ, ਬਾਣੀ ਪੜ੍ਹਨੀ। ਪਰ ਜਿੱਦਣ ਇਹ ਜਿਹੜੀ ਸਾਰੀ ਕਮਾਈ ਹੈ ਨਾਲ ਨਾਮ ਦੀ ਕਮਾਈ ਵਿੱਚ ਬਦਲ ਗਈ, ਸ਼ਬਦ ਨਾਲ ਪ੍ਰੇਮ ਜਾਗ ਪਿਆ, ਤੇ ਉਦਣ ਇਹਦੇ ਵਿੱਚੋਂ ਫਿਰ ਪਤਾ ਲੱਗੇਗਾ ਵੀ ਇਹ ਵੀ ਦੁਨੀਆ ਇੱਕ ਰਸ ਤੇ ਨਸ਼ੇ ਵਾਲੀ ਹੈ। ਇੱਧਰ ਵੀ ਇੱਕ ਆਨੰਦ ਹੈ, ਇੱਧਰ ਵੀ ਇੱਕ ਬੇਪਰਵਾਹੀ ਹੈ, ਬੇਚਿੰਤਤਾਈ ਹੈ, ਆਨੰਦ ਹੈ। ਤਾਂ ਉਸ ਦਿਨ ਇਹ ਧਰਮ ਜਿਹੜਾ ਹੈ, ਗੁਰੂ ਕੀ ਮੱਤ ਸਵਾਦ ਲੱਗਣ ਲੱਗ ਪਏਗੀ, ਫਿੱਕੀ ਨਹੀਂ ਲੱਗੇਗੀ, ਕੌੜੀ ਨਹੀਂ ਲੱਗੇਗੀ। ਮਨੁੱਖ ਘਬਰਾਏਗਾ ਨਹੀਂ ਇਸ ਰਾਹ ਤੇ ਤੁਰਨ ਵਾਲਾ। ਇਸ ਕਰਕੇ ਗੁਰੂ ਕਿਰਪਾ ਕਰੇ ਜਦੋਂ ਕੋਈ ਬੰਦਾ ਧਰਮ ਦੇ ਮਾਰਗ ਤੇ ਤੁਰਦਾ ਤੇ ਨਾਮ ਦਾ ਅਭਿਆਸ ਜ਼ਰੂਰ ਕਰੇ। ਅੱਜ ਹਰ ਇੱਕ ਮਨੁੱਖ ਦੁਖੀ ਹੈ, ਦੁੱਖਾਂ ਦੇ ਵਿੱਚ ਫਸਿਆ ਹੋਇਆ ਹੈ, ਆਪਣੇ ਦੁੱਖਾਂ ਦਾ ਕੋਈ ਹੱਲ ਚਾਹੁੰਦਾ ਹੈ। ਔਰ ਸਤਿਗੁਰੂ ਜੀ ਗੁਰਬਾਣੀ ਵਿੱਚ ਕਹਿੰਦੇ ਨੇ ਕਿ ਨਾਮ ਸਾਰੇ ਦੁੱਖਾਂ ਦੀ ਦਵਾਈ ਹੈ। ਆਓ ਗਿਆਨੀ ਜੀ ਪਾਸੋਂ ਇਸ ਸਵਾਲ ਦਾ ਜਵਾਬ ਆਪਾਂ ਪੁੱਛਦੇ ਹਾਂ ਕਿ ਨਾਮ ਜਾਂ ਗੁਰਬਾਣੀ ਕਿਸ ਤਰ੍ਹਾਂ ਸਾਡੇ ਦੁੱਖਾਂ ਦਾ ਇਲਾਜ ਕਰਦੀ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਕਿਹਾ ਸੀ ਦੁੱਖ ਨਹੀਂ ਮਿਟਦੇ, ਦੁੱਖ ਨਹੀਂ ਜਾਂਦੇ, ਕਿਰਪਾ ਕਰੋ। ਤੇ ਸਤਿਗੁਰੂ ਨੇ ਦਵਾਈ ਦੱਸ ਦਿੱਤੀ, ਕਹਿੰਦੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਹਜ਼ੂਰ ਨੇ ਕਿਹਾ ਬਈ ਦੁੱਖਾਂ ਨੂੰ ਹਟਾਓ ਨਾ, ਰੱਬ ਨਾਲ ਰਵੋ, ਫਿਰ ਕੀ ਹੋਏਗਾ? ਪਹਿਲੀ ਗੱਲ ਤੇ ਦੁੱਖ ਚਲੇ ਹੀ ਜਾਏਗਾ, ਜੇ ਗਿਆਨ ਨਹੀਂ ਤੇ ਭੁੱਲ ਜਾਏਗਾ।
याद नहीं रहेगा, चेता नहीं रहेगा। दुख सब विसारना। फिर दूजे ने बेनती की, काम नहीं चलता, काम नहीं सवरदे। ते फिर सतगुरु ने क्या कहंदे, अंगीकार ओह करे तेरा कारज सब सवारना। काम भी तेरे ठीक कर देगा वो। बड़ियां उहदे विच शक्तियां ने, बड़ियां उहदे विच बरकतां ने। दुख भी दूर कर सकता है ते तेरे काम भी साध सकता है, सवार सकता। पर शर्त यह है कि ए मन मेरिया तू सदा रो हर नाले। साडियां अरदासां ये दो ही ने सिर्फ, दुख हटे ते काम चले। अरदास ते ये है, पर गुरु ने जिहड़ी दवाई दसी है कि ए मन मेरिया तू सदा रो हर नाले। सिख कहता महाराज अगे वालियां दोवें गल्लां कर दिओ, तुसीं है वो याद करन वाले करी जाओ, सानू की लोड़ है। गुरु काहदे वास्ते है? तुसीं करो याद, तुहाडी गोलक विच माया पा देंगे। याद तुसीं करो, दुख साडे हट जाण। सतगुरु ने कहा नहीं, मैं तुहानू इस तरह दा लिंब पोच नहीं करना, मैं झूठ नहीं बोलना, तुहाडे नाल धोखा नहीं देना। सज्जनों याद करो, तुहाडे विच याद शक्ति पाई रब ने, आप कर लो तुसी। मैं तुहाडी सहायता कर सकना, है सच है। गुरु कादे वास्ते? सहयोग दे सकता है, सहायता कर सकता है, सिर ते हथ रखेगा, जिंदगी नू सल्फ कर देगा, धक्का देगा एक बारी, अगे करेगा। पर जे तुरन वाला ही बेईमान है तो गुरु किन्ने को धक्के लाए, उन्होंने कित्थों तक लैके जाएगा? तुरन वाला बेईमान है, तुरना ही नहीं चाहता, तो गुरु किन्ने को धक्के लाएगा? धक्का तो सिर्फ यह होंदा भी स्टार्ट करने वास्ते, अगों तो उन्हें आप चलना है। तो ये दोवें काम जिहड़े मैं बेनती कर रहा सी, कलगीधर पातशाह ने ये बचन कहे, कहंदे जिहड़े नाल रहे उन्हां दे दुख खत्म हो गए। गुरबाणी जिहड़ी है वो साडे जन्मां जन्मां दे दुखां नूं कट सकदी है। दुख साडे अंदरों इदां भज जाते हैं भी जिस तरह रोशनी दे आया हनेरा भज जाता है। ये किस तरह होंदा है, आओ आपां सरवण करिए ज्ञानी जी कोलों। गुरु तेग बहादुर साहब सच्चे पातशाह जी ने तां ही बचन कीते, जो नर दुख मैं दुख नहीं मानै। दुख दे नाल मित्रता ना पावे। दुख आया, ਉਹਨੂੰ ਫੜ ਲਿਆ, ਉਹਦੇ ਨਾਲ ਜਕੜੇ ਗਏ, ਦੁੱਖ ਹੋਰ ਵੱਧ ਗਿਆ, ਦੁੱਖ ਘਰ ਬਣਾ ਕੇ ਰਹਿ ਗਿਆ। ਦੁੱਖ ਨੇ ਡੇਰਾ ਪਾ ਲਿਆ ਅੰਦਰ। ਕਿਉਂ ਪਾਇਆ? ਅਸੀਂ ਦੁੱਖ ਨੂੰ, ਦੁੱਖ ਦੇ ਨਾਲ ਸਾਂਝ ਪਾ ਲਈ। ਜਿਨ੍ਹਾਂ ਨੂੰ ਇਹ ਜੁਗਤ ਆ ਗਈ ਵੀ ਦੁੱਖ ਆਰਜੀ ਤੌਰ ਤੇ ਆਇਆ ਹੈ, ਇਹ ਸਾਡਾ ਆਪਣਾ ਨਹੀਂ, ਉਹਨਾਂ ਨੇ ਦੁੱਖ ਨਾਲ ਮਿੱਤਰਤਾ ਨਹੀਂ ਪਾਈ। ਤੇ ਜਦੋਂ ਮਿੱਤਰਤਾ ਨਾ ਪਾਈ, घर विच कोई प्राहुणा आवे, कोई आदमी सानू मिलने वास्ते आए, तुसीं उहनूं अनगौर कर दिओ, तुहानूं चंगी तरह मिलो ना, छोटा मोटा पानी का गिलास रख दिओ, बोलो ना, दूसरे कमरे विच बैठ जाओ जाके, उहदे नाल सांझ ना पाओ ते किन्ना चिर रहेगा? 1-2 घंटा मसां कढेगा, क्योंकि उहनूं खुराक नहीं मिल रही, उहनूं सहायता नहीं मिल रही। ये जिहड़े 5 विकार ने, काम क्रोध लोभ मोह ते हंकार, ये प्राहुणे वर्गे ने, साडे अपने नहीं, ये बाहरों आए ने। जदों ये साडे घर विच आउंदे ने ते असीं इन्हां दी आओ भगत बड़ी करने भी आओ जी। आम तौर ते असीं कहने मेरा गुस्सा बड़ा भैड़ा, वेख के जरा घर विच रखिया होया, ਉਹਨੂੰ ਸੰਭਾਲਿਆ ਹੋਇਆ, ਚੰਗੀ ਤਰ੍ਹਾਂ ਸਾਂਭ ਕੇ ਰੱਖਿਆ ਵੀ ਜਦੋਂ ਲੋੜ ਪੈਗੀ ਮੈਂ ਪ੍ਰਗਟ ਕਰ ਦੇਣਾ, ਦੇਖ ਕੇ ਰਹਿਣਾ। ਉਹਨੂੰ ਸਿੰਘਾਸਨ ਤੇ ਬਿਠਾ ਕੇ ਪੂਜਾ ਕਰਦਾ ਬੰਦਾ, ਉਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਉਹਦੇ ਗਲ ਵਿੱਚ ਫੁੱਲਾਂ ਦੀਆਂ ਮਾਲਾ ਪਾਉਂਦਾ, ਉਹਦੇ ਅੱਗੇ ਧੂਪ ਦਿੰਦਾ ਵੀ ਇਹ ਮੇਰੀ ਪੂੰਜੀ ਹੈ, ਇਹ ਮੇਰਾ ਜੀਵਨ ਹੈ। ਹੁਣ ਜਦੋਂ ਵਿਕਾਰਾਂ ਦੀ ਇੰਨੀ ਆਓ ਭਗਤ, ਵਿਕਾਰਾਂ ਨੂੰ ਘਰ ਵਿੱਚ ਥਾਂ ਦੇ ਕੇ ਪੂਜਾ ਕਰਨੀ, ਪੂਜਣਾ ਹੈ, ਤੇ ਜਿਸ ਬੰਦੇ ਨੂੰ ਇੰਨੀ ਆਓ ਭਗਤ ਹੋਵੇ, ਜਿਹਦੀ ਇੰਨਾ ਸਤਿਕਾਰ ਮਿਲੇ, ਫਿਰ ਸਹਿਜੇ ਸਹਿਜੇ ਉਹ ਘਰ ਤੇ ਕਬਜ਼ਾ ਕਰ ਜਾਂਦਾ ਹੈ, ਉਹ ਘਰ ਵਿੱਚ ਡੇਰਾ ਬਣਾ ਕੇ ਬਹਿ ਜਾਂਦਾ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਤਾਂ ਹੀ ਇੱਕ ਬਚਨ ਕੀਤਾ, ਕਹਿੰਦੇ ਜਿੱਦਣ ਬਾਣੀ ਨਾਲ ਸਾਂਝ ਬਣੀ ਤੇ ਬਾਣੀ ਨੇ ਸਭ ਤੋਂ ਪਹਿਲਾਂ ਕੀ ਕੀਤਾ?
ਹਜੂਰ ਕਹਿੰਦੇ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਦੁੱਖ ਤੇ ਰੋਗ ਤੇ ਪਾਪ ਇਹ ਤਿੰਨੇ ਚੀਜ਼ਾਂ ਇਕੱਠੀਆਂ ਰਹਿੰਦੀਆਂ ਨੇ। ਕਹਿੰਦੇ ਦੁੱਖ ਡੇਰਾ ਬਣਾ ਕੇ ਬੈਠਾ ਸੀ। ਡੇਰਾ ਤਾਂ ਬਣਾਇਆ ਵੀ ਆਓ ਭਗਤ ਬੜੀ ਕੀਤੀ। ਦੁੱਖ ਰੋਗ ਕਾ ਡੇਰਾ ਪੰਨਾ, ਦੁੱਖ ਦਾ ਤੇ ਰੋਗ ਦਾ ਇਹ ਡੇਰਾ ਟੁੱਟ ਗਿਆ। ਡੇਰਾ ਕਿਵੇਂ ਟੁੱਟਾ? ਇਹਨਾਂ ਦੀ ਆਓ ਭਗਤ ਕਰਨੀ ਛੱਡ ਦਿੱਤੀ। ਮੈਂ ਬੇਨਤੀ ਕਰ ਰਿਹਾ ਸਾਂ, ਵਿਕਾਰਾਂ ਨਾਲ ਬੰਦਾ ਜਦੋਂ ਉਹਨਾਂ ਬਾਰੇ ਸੋਚਦਾ ਰਹਿੰਦਾ, ਇੱਕ ਤੇ ਵਿਕਾਰਾਂ ਨੂੰ ਭੋਗਦਾ ਹੈ ਤੇ ਜਿਹੜਾ ਛੱਡਣਾ ਚਾਹੁੰਦਾ ਹੈ ਉਹ ਵੀ ਉਹਨਾਂ ਬਾਰੇ ਸੋਚਦਾ ਰਹਿੰਦਾ ਹੈ। ਇਸ ਕਰਕੇ ਛੁੱਟਦੇ ਨਹੀਂ। ਜਿਹੜੀ ਚੀਜ਼ ਨੂੰ ਛੱਡਣਾ ਚਾਹੁੰਦੇ ਆ ਉਹਦੇ ਬਾਰੇ ਸੋਚਣਾ ਛੱਡਦੇ, ਇੱਕੋ ਹੀ ਤਰੀਕਾ, ਹੋਰ ਕੋਈ ਨਹੀਂ। ਮਨ ਵਿੱਚ ਜਿੰਨੀਆਂ ਸਾਡੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਛੱਡਣਾ ਚਾਹੁੰਦੇ ਆ ਨਾ, ਛੁੱਟਦੀਆਂ ਨਹੀਂ। ਉਹਨਾਂ ਨੂੰ ਛੱਡਣ ਦਾ ਹੋਰ ਕੋਈ ਉਪਾਅ ਨਹੀਂ। ਇੱਕ ਤੇ ਅਰਦਾਸ ਹੈ ਗੁਰੂ ਦੇ ਚਰਨਾਂ ਵਿੱਚ, ਤੇ ਦੂਜਾ ਤਰੀਕਾ ਹੈ ਉਹਨਾਂ ਚੀਜ਼ਾਂ ਦੀ ਵਿਚਾਰ ਕਰਨੀ ਬੰਦ ਕਰ ਦਿਓ। ਜਿੰਨੀ ਅਸੀਂ ਵਿਚਾਰ ਕਰਨੇ ਆ ਉਨੀਆਂ ਹੋਰ ਪਕੜ ਲੈਂਦੀਆਂ ਨੇ ਸਾਨੂੰ। ਅਸੀਂ ਸੋਚਦੇ ਆ ਜ਼ੋਰ ਲਾ ਲਾ ਕੇ ਛੱਡ ਦਿਆਂਗੇ, ਪਰ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਜੋਰ ਨਾ ਜੁਗਤੀ ਛੁੱਟੈ ਸੰਸਾਰ। ਤੁਸੀਂ ਜ਼ੋਰ ਲਾਉਂਦੇ ਹੋ, ਹੋਰ ਫੜ ਲੈਂਦੀਆਂ ਨੇ। ਤੁਸੀਂ ਉਹਨਾਂ ਨੂੰ ਛੱਡਣ ਲਈ ਜ਼ੋਰ ਨਾ ਲਾਓ, ਤੁਸੀਂ ਉਹਨਾਂ ਦੀ ਵਿਚਾਰ ਕਰਨੀ ਬੰਦ ਕਰੋ। ਉਹਨਾਂ ਬਾਰੇ ਸੋਚੋ ਹੀ ਨਾ ਵੀ ਉਹ ਹੁੰਦਾ ਵੀ ਹੈ ਕਿ ਜਿਹੜੀ ਚੀਜ਼ ਬੰਦਾ ਨਹੀਂ ਸੋਚਦਾ ਉਹ ਹੈ ਹੀ ਨਹੀਂ ਸੰਸਾਰ ਵਿੱਚ। ਸੱਚ ਇਹ ਹੈ, ਜੋ ਕੁਝ ਵੀ ਬੰਦੇ ਦੇ ਅੰਦਰ ਵੜਿਆ ਹੈ ਉਹਦੀ ਸੋਚ ਦੇ ਰਾਹੀਂ ਵੜਿਆ ਹੈ। ਸੋਚ ਤੋਂ ਬਿਨਾਂ ਅੰਦਰ ਨਹੀਂ ਆਉਂਦਾ। ਉਹਦੀ ਵਿਚਾਰਧਾਰਾ